ਨਮਸਕਾਰ ਸਾਥੀਓ। ਰੀਟ ਦੀ ਤਿਆਰੀ ਕਰ ਰਹੇ ਰਾਜਸਥਾਨ ਸੂਬੇ ਦੇ ਸਭ ਵਿਦਿਆਰਥੀਆਂ ਦੇ ਲਈ ਮੈਂ ਰੀਟ ਦੇ ਅਕੋਰਡਿੰਗ ਪੰਜਾਬੀ ਲੈਂਗੁਏਜ, ਚਾਹੇ ਉਹ ਲੈਵਲ ਫਸਟ ਹੈ ਚਾਹੇ ਉਹ ਲੈਵਲ ਸੈਕਿੰਡ, ਤੇ ਦੋਨੋਂ ਲੈਂਗੁਏਜ ਦੇ ਅੰਦਰ ਭਾਸ਼ਾ 1 ਤੇ ਭਾਸ਼ਾ 2 ਦੀ ਜਿਹੜੀ ਇਹ ਤਿਆਰੀ ਦੁਬਾਰਾ ਤੋਂ ਫਿਰ ਆਰੰਭ ਕਰਨ ਜਾ ਰਿਹਾ ਹਾਂ। ਉਸੇ ਦੇ ਤਹਿਤ ਬਹੁਤ ਸਾਰੇ ਸਾਥੀਆਂ ਨੇ ਇੱਕ ਰਿਕੁਐਸਟ ਪਾਈ ਸੀ ਕਿ ਪਹਿਲੇ ਇਹ ਟੌਪਿਕ ਕਰਵਾ ਦਿੱਤੇ ਜਾਣ ਜੋ ਸਾਹਿਤ ਨਾਲ ਜੁੜੇ ਹੋਏ ਨੇ, ਤੇ ਉਹੀ ਟੌਪਿਕ ਲੈ ਕੇ ਅੱਜ ਮੈਂ ਸਭ ਤੋਂ ਪਹਿਲੇ ਆਪ ਸਭ ਦੇ ਸਨਮੁਖ ਹੋਇਆ ਹਾਂ। ਅੱਜ ਸਿਰਫ ਆਪਾਂ ਇਸ ਦੇ ਉੱਪਰ ਚਰਚਾ ਕਰਾਂਗੇ ਤੇ ਅਗਲੇ ਦਿਨ ਤੋਂ ਆਪਾਂ ਇਹ ਟੌਪਿਕ ਵਾਈਜ਼ ਸਾਰੇ ਜਿੰਨੇ ਵੀ ਆਪਣੇ ਰੀਟ ਦੇ ਅੰਦਰ ਟੌਪਿਕ ਦਿੱਤੇ ਗਏ ਨੇ ਇਹਨਾਂ ਨੂੰ ਥਿਓਰੀ ਵਾਈਜ਼ ਪੜ੍ਹਾਂਗੇ, ਤੇ ਇਸ ਦੇ ਨਾਲ ਹੀ ਨਾਲ ਆਪ ਨੂੰ ਮੈਂ PDF ਵੀ ਅਵੇਲੇਬਲ ਕਰਵਾਵਾਂਗਾ ਜੋ ਆਪ ਨੂੰ ਨੈਕਸਟ ਡੇ ਤੱਕ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਆਪਣਾ ਚੈਨਲ ਹੈ ਉਸ ਦੇ ਅੰਦਰ ਮਿਲ ਜਾਏਗੀ। ਤੇ ਇਸ ਦੇ ਨਾਲ ਨਾਲ ਆਪ ਨੂੰ ਕੁਐਸਚਨਾਂ ਦਾ ਪ੍ਰੈਕਟਿਸ ਵੀ ਇਹਨਾਂ ਟੌਪਿਕਾਂ ਦੀ ਕੰਟੀਨਿਊ ਇਸ ਚੈਨਲ ਦੇ ਉੱਪਰ ਕਰਵਾਈ ਜਾਏਗੀ। ਇਸ ਲਈ ਸਾਥੀਓ, ਆਪ ਦੇ ਜੋ ਵੀ ਸਾਥੀ ਨੇ ਜੋ ਪੰਜਾਬੀ ਲੈਂਗੁਏਜ ਦੇ ਤੌਰ ਤੇ ਰੀਟ ਦੇ ਅੰਦਰ ਪਾਰਟਿਸਿਪੇਟ ਕਰ ਰਹੇ ਨੇ ਤੇ ਉਹਨਾਂ ਨੂੰ ਜ਼ਰੂਰ ਇਸ ਚੈਨਲ ਦੇ ਲਈ ਤੁਸੀਂ ਫਾਰਵਰਡ ਕਰਨਾ ਤਾਂ ਕਿ ਉਹ ਵੀ ਇਸ ਚੈਨਲ ਦੇ ਉੱਪਰ ਆ ਕੇ ਆਪਣੀ ਤਿਆਰੀ ਆਰੰਭ ਕਰ ਸਕਣ, ਆਪਣੀ ਤਿਆਰੀ ਦੇ ਅੰਦਰ ਕੁਝ ਹੋਰ ਸਹਿਯੋਗ ਮਿਲ ਸਕੇ। ਤਾਂ ਐਸੇ ਉਦੇਸ਼ ਦੀ ਪੂਰਤੀ ਦੇ ਲਈ ਸਾਥੀਓ ਇੱਕ ਆਪਣਾ ਲੈਂਗੁਏਜ ਸੈਕਿੰਡ ਦੇ ਤੌਰ ਤੇ ਸੈਕਿੰਡ ਲੈਵਲ ਦੇ ਅੰਦਰ ਇੱਕ ਟੌਪਿਕ ਸੀ ਆਪਣਾ ਸਾਹਿਤ ਰੂਪ ਦਾ, ਉਹ ਅੱਜ ਆਪਾਂ ਕਰਨ ਜਾ ਰਹੇ ਹਾਂ। ਉਸ ਤੇ ਇਹ ਟੌਪਿਕ 3 ਨੇ, ਵਾਰ, ਕਿੱਸਾ ਤੇ ਕਾਫੀ। ਉਹ ਤਿੰਨੋਂ ਟੌਪਿਕ ਆਪਾਂ ਅਗਲੇ 1-2 ਦਿਨਾਂ ਦੇ ਅੰਦਰ ਕੰਪਲੀਟ ਕਰਾਂਗੇ, ਪਰ ਅੱਜ ਆਪਾਂ ਸਿਰਫ ਇਸ ਦੇ ਅੰਦਰ ਇਹੀ ਗੱਲ ਦੇਖਣ ਜਾ ਰਹੇ ਹਾਂ ਕਿ ਅਸਲ ਦੇ ਅੰਦਰ ਇਹ ਸਾਹਿਤ ਰੂਪ ਹੈ ਕੀ, ਕਿਉਂਕਿ ਜਿੰਨੀ ਦੇਰ ਆਪਾਂ ਨੂੰ ਉਸ ਦਾ ਮਤਲਬ ਨਹੀਂ ਪਤਾ ਚੱਲੇਗਾ ਤਾਂ ਉਹਨਾਂ ਟੌਪਿਕ ਦਾ ਕੋਈ ਉਦੇਸ਼ ਨਹੀਂ ਰਹਿ ਜਾਂਦਾ। ਐਸੇ ਉਦੇਸ਼ ਦੀ ਪੂਰਤੀ ਦੇ ਲਈ ਮੈਂ ਆਪ ਨੂੰ ਸਭ ਤੋਂ ਪਹਿਲੇ ਦੱਸਣ ਜਾ ਰਿਹਾ ਕਿ ਸਾਹਿਤ ਰੂਪ ਕੀ ਹੈ, ਸਾਹਿਤ ਦੇ ਰੂਪ ਕਿੰਨੇ ਨੇ, ਇਹ ਆਪਾਂ ਗੱਲ ਕਰਾਂਗੇ। ਇਹ ਡਿਸਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਕਿ ਕਿੱਸਾ ਕੀ ਹੈ, ਜਾਂ ਫਿਰ ਕਿਸੇ ਦੇ ਬਾਰੇ ਕਿਸ ਤਰੀਕੇ ਦੇ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ, ਕਾਫੀ ਤੋਂ ਸੰਬੰਧਿਤ ਕਿਸ ਤਰੀਕੇ ਦੇ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ, ਤੇ ਵਾਰ ਤੋਂ ਸੰਬੰਧਿਤ किस तरीके के प्रश्न पूछे जाने वाले ने। वो तीनों टॉपिक आपको अगले 1-2 दिन के अंदर कंप्लीट करवावांगा। तो उस तो बाद L1 ਤੇ L2 ਦੇ ਦੋਨੋਂ ਭਾਸ਼ਾ ਪੰਜਾਬੀ ਦੇ ਤੌਰ ਤੇ ਜਿੰਨੇ ਵੀ ਟੌਪਿਕ ਨੇ ਉਹਨਾਂ ਦੀ ਤਿਆਰੀ ਹੈ ਜਿਹੜੀ ਉਹ ਆਰੰਭ ਕਰਾਂਗੇ, ਜਿਸ ਤੇ ਆਪ ਨੂੰ ਪਹਿਲੇ ਵੀਡੀਓ ਮਿਲਣਗੇ ਤੇ ਉਸ ਤੋਂ ਬਾਅਦ ਇਸ ਦੀ ਆਪ ਨੂੰ PDF ਮਿਲੇਗੀ ਤੇ ਨੈਕਸਟ 2-3 ਦਿਨਾਂ ਦੇ ਅੰਦਰ ਆਪ ਨੂੰ ਉਸ ਤੋਂ ਰਿਲੇਟਡ ਪ੍ਰਸ਼ਨ ਵੀ ਮਿਲਦੇ ਰਹਿਣਗੇ। ਤਾਂ ਆਓ ਸਾਥੀਓ ਗੱਲ ਕਰਦੇ ਹਾਂ ਆਪਾਂ ਸਾਹਿਤ ਰੂਪ ਦੀ। ਇਹ ਟੌਪਿਕ ਹੈ ਜਿਹੜਾ ਇਹ ਲੈਵਲ 2 ਦੇ ਅੰਦਰ ਭਾਸ਼ਾ 2 ਦੇ ਅੰਦਰ ਹੈ, ਤੇ ਇਹ ਮੈਂ ਪਹਿਲੇ ਇਸ ਲਈ ਕਰਵਾਉਣ ਜਾ ਰਿਹਾ ਕਿ ਬਹੁਤ ਸਾਰੇ ਸਾਥੀਆਂ ਨੇ ਰਿਕੁਐਸਟ ਪਾਈ ਸੀ ਕਿ ਇਹ ਲਿਟਰੇਚਰ ਦਾ ਇੱਕ ਹਿੱਸਾ ਮੰਨ ਕੇ, ਕਿਉਂਕਿ ਇਹ ਗ੍ਰਾਮਰ ਦੇ ਤਹਿਤ ਵੀ ਨਹੀਂ ਆ ਜਾਂਦਾ, ਪੈਡਾਗੋਗੀ ਦੇ ਤਹਿਤ ਨਹੀਂ ਆ ਜਾਂਦਾ, ਤੇ ਇਹ ਲੈਵਲ 2 ਦੀ ਸੈਕਿੰਡ ਲੈਂਗੁਏਜ ਦੇ ਅੰਦਰ ਹੀ ਦਿੱਤਾ ਗਿਆ, ਇਸ ਲਈ ਇਸ ਨੂੰ ਪਹਿਲੇ ਕਰਵਾ ਦਿੱਤਾ ਜਾਏ। ਤਾਂ ਇਸ ਲਈ ਮੈਂ ਇਸ ਨੂੰ ਪਹਿਲੇ ਆਪ ਦੇ ਲਈ ਲੈ ਕੇ ਹਾਜ਼ਰ ਹੋਇਆ ਹਾਂ। ਜਿਵੇਂ ਕਿ ਆਪ ਸਭ ਨੂੰ ਪਤਾ, ਸਾਹਿਤ ਰੂਪ, ਸਾਹਿਤ ਸਾਡਾ ਜੋ ਸਾਹਿਤ ਹੈ ਉਹ ਅਸੀਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਾਂ, ਤੇ ਉਸੇ ਦੀ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਕਿ ਪੰਜਾਬੀ ਸਾਹਿਤ ਦੇ ਅੰਦਰ ਇਹ ਸਾਹਿਤ ਰੂਪ ਨੇ ਜਿਹੜੇ ਇਹ ਕਿਹੜੇ ਹੁੰਦੇ ਨੇ ਸਾਹਿਤ ਰੂਪ, ਜਾਂ ਫਿਰ ਕਿੰਨੇ ਹੁੰਦੇ ਨੇ। ਇਹ ਦੋਨਾਂ ਗੱਲਾਂ ਦੀ ਆਪਾਂ ਅੱਜ ਚਰਚਾ ਕਰਨੀ ਹੈ। ਸੂਝ ਸੁੰਦਰਤਾ ਨੂੰ ਮਾਣਨਾ ਮਨੁੱਖੀ ਸੁਭਾਅ ਹੈ, ਯਾਨੀ ਆਪਣੀ ਆਤਮਾ ਹੈ ਜਿਹੜਾ, ਆਪਣਾ ਮਨ ਹੈ ਜਿਹੜਾ, ਉਹ ਹਰ ਵੇਲੇ ਇਹ ਕੋਸ਼ਿਸ਼ ਦੇ ਅੰਦਰ ਰਹਿੰਦਾ ਕਿ ਬਹੁਤ ਖੁਸ਼ੀ ਪ੍ਰਾਪਤ ਕੀਤੀ ਜਾਏ, ਬਹੁਤ ਹੀ ਆਨੰਦਿਤ ਹੋਇਆ ਜਾਏ। ਇਹ ਹਰ ਇੱਕ ਇਨਸਾਨ ਦਾ ਮਨ ਹੈ ਜਿਹੜਾ ਹਰ ਵੇਲੇ ਇਸ ਗੱਲ ਦੇ ਲਈ ਲਲਾਇਤ ਰਹਿੰਦਾ ਹੈ। ਮਨੁੱਖੀ ਸਮਾਜ ਵਿਚਲੀ ਸੂਝ ਬਿਰਤੀ ਹੀ ਹੈ ਕਿ ਮਨੁੱਖ ਨੂੰ ਮਨੁੱਖੀ ਗੁਣਾਂ ਨਾਲ ਭਰਪੂਰ ਕਰਦੀ ਹੈ ਤੇ ਇਸ ਨੂੰ ਸੱਭਿਅਤਾ ਦੀਆਂ ਸਿਖਰਾਂ ਵੱਲ ਲੈ ਜਾਂਦੀ ਹੈ। ਇਹ ਇੱਕ ਮਨੁੱਖੀ ਸਮਾਜ ਦੇ ਅੰਦਰ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਗੁਣਾਂ ਵਾਲੀ ਐਸੀ ਇੱਕ ਖੂਬੀ ਕਹਿ ਸਕਦੇ ਹਾਂ ਕਿ ਜਿਹਦੇ ਕਾਰਨ ਇਨਸਾਨ ਦੀ ਜਿਹੜੀ ਸੱਭਿਅਤਾ ਹੈ ਨਾ, ਹਰ ਵੇਲੇ ਇਨਸਾਨ ਦਾ ਮਨ ਕਰਦਾ ਕਿ ਕੁਝ ਚੰਗਾ, ਕੁਝ ਸੁਖਨੁਮਾ ਤੇ ਕੁਝ ਆਨੰਦਿਤ ਹੋਵੇ। ਤਾਂ ਐਸੇ ਦੀ ਪੂਰਤੀ ਦੇ ਲਈ ਉਹ ਕੋਸ਼ਿਸ਼ਾਂ ਕਰਦਾ ਹੈ, ਤਾਂ ਉਹ ਗੁਣਾਂ ਦਾ ਧਾਰਨੀ ਹੋ ਜਾਂਦਾ। ਗੁਣਾਂ ਦਾ ਧਾਰਨੀ ਹੋ ਜਾਂਦਾ ਤਾਂ ਉਹ ਗੁਣ ਉਸਦੇ ਜਦੋਂ ਸਿਖਰ ਦੇ ਵੱਲ ਜਾਂਦੇ ਨੇ ਤਾਂ ਉਸ ਨੂੰ ਜੋ ਪ੍ਰਾਪਤ ਹੁੰਦਾ ਹੈ ਉਹ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸੱਭਿਅਤਾ ਹੈ ਜਿਹੜੀ ਬੜੀ ਹੀ ਇੱਕ ਉੱਨਤ ਸੱਭਿਅਤਾ ਕਹਿ ਦਿੰਦੇ ਹਾਂ। ਕਿਉਂਕਿ ਉਸਨੇ ਕੁਝ ਚੰਗਾ ਮਾਨਣ ਦੀ, ਕੁਝ ਚੰਗਾ ਰਹਿਣ ਸਹਿਣ ਦੀ, ਕੁਝ ਮਹਿਸੂਸ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਤੇ ਜਿਹਦੇ ਅੰਦਰ ਉਹ ਸਿਖਰ ਵੱਲ ਪੁੱਜੀ। ਇਸ ਸੂਝ ਬਿਰਤੀ ਕਾਰਨ ਹੀ ਮਨੁੱਖ ਅੰਦਰ ਖੂਬਸੂਰਤ ਵਸਤਾਂ ਨੂੰ ਵੇਖਣ, ਪਰਖਣ ਅਤੇ ਮਾਨਣ ਦੀ ਪ੍ਰਬਲ ਤਾਂਘ ਇੱਛਾ
विद्यमान रहिंदी। ये गल आपां कर ही चुके हाँ कि हर इंसान के मन की जिहड़ी इच्छा है वो हर वेले इन्नी ललायत रहिंदी है, इच्छा भरपूर रहिंदी है कि उसनूं बहुत ही चंगा मिले। चंगा मिल गया उस तो वो फिर अगे चला जाता बहुत चंगा मिले या उस तो भी चंगा मिले, या इदां मन जिहड़ा हर वेले साडा इच्छा की डिमांड करता रहिंदा है। इसे तरीके नाल देखण दे अंदर भी हुंदा, सुणन दे अंदर भी हुंदा। असीं ये कह सकते हैं कि मनुखी जीवन दीयां खूबसूरत जिहड़ियां पलां हुंदियां ने उन्हां नूं हर वेले प्राप्त करन दी प्रबल इच्छा एक इंसान दे अंदर हर वेले बनी रहिंदी है। इस तांग दे फलस्वरूप कोमल कलावां दा जन्म होया। यानी बस ਜਦੋਂ ਆਪਾਂ ਸਾਹਿਤ ਦੇ ਜੜ 'ਚ ਜਾਂਦੇ ਹਾਂ ਨਾ ਤਾਂ ਉਦੋਂ ਇਹੀ ਗੱਲ ਸਾਹਮਣੇ ਆਉਂਦੀ ਕਿ ਜਦੋਂ ਇਹੋ ਜਿਹੇ ਇਨਸਾਨ ਦੇ ਮਨ ਦੇ ਅੰਦਰ ਇੱਛਾਵਾਂ ਜਾਗੀਆਂ ਕਿ ਵੀ ਮੈਨੂੰ ਚੰਗਾ ਦੇਖਣ ਨੂੰ ਮਿਲੇ, ਫਿਰ ਚੰਗਾ ਮਿਲ ਗਿਆ ਕਹਿੰਦਾ ਇੱਦੋਂ ਵੀ ਚੰਗਾ ਮਿਲੇ, ਫਿਰ ਹੁਣ ਚੰਗਾ ਖਾਣ ਨੂੰ ਮਿਲ ਗਿਆ ਉਹ ਕਹਿੰਦਾ ਵੀ ਇੱਦੋਂ ਵੀ ਚੰਗਾ ਖਾਣ ਨੂੰ ਮਿਲੇ। ਤਾਂ ਇਸ ਤਰੀਕੇ ਦੀ ਜਿਹੜੀ ਇੱਛਾਵਾਂ ਦੀ ਪੂਰਤੀ ਹੈ ਐਸੇ ਨੇ ਹੀ ਇੱਕ ਕੋਮਲ ਕਲਾਵਾਂ ਨੂੰ ਜਨਮ ਦਿੱਤਾ। ਹੁਣ ਕੋਮਲ ਕਲਾਵਾਂ ਕੀ ਹੈ ਇਸ ਦੀ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਅਸਲ ਦੇ ਅੰਦਰ ਕੋਮਲ ਕਲਾਵਾਂ ਕੀ ਹੈ। ਕਲਾ ਯਾਨੀ ਜਿਸ ਨੂੰ ਵਿਸ਼ੇਸ਼ ਮੁਹਾਰਤ ਦੁਆਰਾ ਹਾਸਲ ਕੀਤਾ ਜਾ ਸਕਦਾ ਉਹਨੂੰ ਆਪਾਂ ਕਲਾ ਕਹਿ ਦਿੰਦੇ ਹਾਂ। ਪਹਿਲੇ ਆਪਾਂ ਇਹ ਕੋਮਲ ਕਲਾਵਾਂ ਦੀ ਗੱਲ ਕਰਾਂਗੇ ਜਿਹੜੀਆਂ ਬੜੀਆਂ ਹੀ ਕੋਮਲ ਨੇ ਕਲਾਵਾਂ, ਜਿਨ੍ਹਾਂ ਨੂੰ ਅਸੀਂ ਨਾਮ ਦਿੱਤਾ ਹੈ, ਜਿਨ੍ਹਾਂ ਨੂੰ ਲਲਿਤ ਕਲਾਵਾਂ ਯਾਨੀ ਅੰਗਰੇਜ਼ੀ 'ਚ ਫਾਈਨ ਆਰਟ ਵੀ ਕਿਹਾ ਜਾਂਦਾ। ਇਹਨਾਂ ਨੂੰ ਆਪਾਂ ਲਲਿਤ ਕਲਾਵਾਂ ਵੀ ਕਹਿ ਦਿੰਦੇ ਹਾਂ ਅਤੇ ਕੋਮਲ ਕਲਾਵਾਂ ਵੀ ਕਹਿ ਦਿੰਦੇ ਹਾਂ। ਇਹਦੇ ਸਦਕਾ ਹੀ ਮਨੁੱਖ ਦੀਆਂ ਇੱਛਾਵਾਂ ਦੀ ਜਿਹੜੀ ਪੂਰਤੀ ਹੈ ਉਹ ਅਸੀਂ ਕਹਿ ਦਿੰਦੇ ਕਿ ਅਗਾਂਹ ਵਧੀ ਅਤੇ ਪੂਰੀ ਹੋਈ। ਤਾਂ ਹੁਣ ਆਪਾਂ ਗੱਲ ਕਰਾਂਗੇ ਕਿ ਉਹ ਕੋਮਲ ਕਲਾਵਾਂ ਕਿਹੜੀਆਂ ਨੇ ਜਿਨ੍ਹਾਂ ਦੀ ਮਨ ਦੇ ਅੰਦਰ ਜਿਨ੍ਹਾਂ ਨੇ ਜਨਮ ਲਿਆ ਅਤੇ ਇਨਸਾਨ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ। ਉਹ ਸਾਥੀਓ 5 ਆ ਜਾਂਦੀਆਂ ਹੈ। ਹੁਣ ਕਿਹੜੀਆਂ 5 ਆ ਜਾਂਦੀਆਂ ਆਪਾਂ ਉਹਨਾਂ ਦੀ ਗੱਲ ਕਰ ਲੈਂਦੇ। ਸਭ ਤੋਂ ਪਹਿਲੇ ਆ ਜਾਂਦੀ ਹੈ ਸੰਗੀਤ ਕਲਾ, ਫਿਰ ਆ ਜਾਂਦੀ ਹੈ ਨ੍ਰਿਤ ਕਲਾ, ਉਸ ਤੋਂ ਬਾਅਦ 'ਚ ਹੈ ਮੂਰਤੀ ਕਲਾ, ਫਿਰ ਚਿੱਤਰ ਕਲਾ ਅਤੇ ਇੱਕ ਆ ਜਾਂਦੀ ਹੈ ਸਾਹਿਤ ਕਲਾ। ਇਹਨੂੰ ਅਸੀਂ ਲਲਿਤ ਕਲਾਵਾਂ ਵੀ ਕਹਿ ਦਿੰਦੇ ਹਾਂ ਅਤੇ ਕੋਮਲ ਕਲਾਵਾਂ ਵੀ ਕਹਿ ਦਿੰਦੇ ਹਾਂ। ਹੁਣ ਜਿਹੜੀ ਸੰਗੀਤ ਕਲਾ ਹੈ, ਸੰਗੀਤ ਅਸਲ ਦੇ ਅੰਦਰ ਇੱਕ ਕਲਾ ਹੈ ਅਤੇ ਕਲਾ ਉਹ ਹੁੰਦੀ ਹੈ ਜਿਸ ਨੂੰ ਕਿਸੇ ਵਿਸ਼ੇਸ਼ ਮੁਹਾਰਤ ਦੁਆਰਾ ਹਾਸਲ ਕੀਤਾ ਜਾਵੇ। ਇਹ ਗੱਲ ਨੋਟ ਕਰ ਲੈਣਾ। ਹੁਣ ਸੰਗੀਤ ਯਾਨੀ ਇਹ ਨਹੀਂ ਹੈ ਕਿ ਹਰ ਕੋਈ ਹੈ ਜਿਹੜਾ ਉਹ ਸੰਗੀਤ ਦਾ ਧਨੀ ਹੋਏਗਾ, ਹਰ ਕੋਈ ਗਾ ਨਹੀਂ ਸਕਦਾ। ਗਾਉਣ ਦੇ ਲਈ ਸਾਨੂੰ ਉਸ ਦੇ ਇੱਕ ਲੰਬੀ ਪ੍ਰੈਕਟਿਸ ਸੈਸ਼ਨ ਦੇ ਅੰਦਰੋਂ ਗੁਜ਼ਰ ਕੇ ਉਸ ਨੂੰ ਪਾਸ ਕਰਨਾ ਪੈਂਦਾ ਹੈ। ਯਾਨੀ ਅਸੀਂ ਇਹ ਕਹੀਏ ਕਿ ਸੰਗੀਤ ਨੂੰ ਵੀ ਸਿੱਖਣਾ ਪੈਂਦਾ ਹੈ। ਗਾ ਤਾਂ ਸਭ ਸਕਦੇ ਨੇ ਪਰ ਸੁਰੀਲਾ ਕੌਣ ਗਾਏਗਾ? ਜੋ ਸੰਗੀਤ ਕਲਾ ਦਾ ਧਾਰਨੀ ਹੋਏਗਾ। ਇਸ ਲਈ ਇਹ ਵੀ ਇੱਕ ਕਲਾ ਹੈ। ਹੁਣ ਆਪਾਂ ਨ੍ਰਿਤ ਦੀ ਗੱਲ ਕਰ ਲੈਂਦੇ ਹਾਂ। ਨੱਚਦੇ ਤਾਂ ਅਸੀਂ ਸਭ ਲੋਕ ਹਾਂ ਪਰ ਸੋਹਣਾ ਕੌਣ ਨੱਚਦੇ ਨੇ? ਜਿਨ੍ਹਾਂ ਨੂੰ ਇਸ ਕਾਰਜ ਦੇ ਅੰਦਰ ਮੁਹਾਰਤ ਹਾਸਲ ਹੁੰਦੀ ਹੈ ਤਾਂ ਉਹ ਨ੍ਰਿਤ ਕਲਾ ਦੇ ਧਨੀ ਹੁੰਦੇ ਨੇ। ਐਸੇ ਤਰੀਕੇ ਨਾਲ ਮੂਰਤੀ ਕਲਾ, ਮੂਰਤੀ ਜਿਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਪੱਥਰ ਨੂੰ ਜਦੋਂ ਕੋਈ ਸ਼ੇਪ ਦਿੱਤੀ ਜਾਂਦੀ ਹੈ ਤਾਂ ਉਹ ਇੱਕ ਸੁੰਦਰ ਮੂਰਤੀ, ਮੂੰਹ ਬੋਲਦੀ ਤਸਵੀਰ ਬਣ ਜਾਂਦੀ ਹੈ। ਇੱਦਾਂ ਦੇ ਬੁੱਤ ਬਣ ਜਾਂਦੇ ਨੇ ਜਿੱਦਾਂ ਆਪਾਂ ਨੂੰ ਇਹ ਲੱਗੇ ਕਿ ਵੀ ਇਹ ਤਾਂ ਹੂਬਹੂ ਅਸਲੀ ਇਨਸਾਨ ਹੈ। ਉਹ ਕਲਾ ਦੇ ਕਾਰਨ ਹੀ ਹੈ। ਹਰ ਇਨਸਾਨ ਇਹ ਕਲਾ ਦੇ ਅੰਦਰ ਮਹਾਰਤ ਨਹੀਂ ਹਾਸਲ ਕਰ ਸਕਦਾ। ਇਹਦੇ ਲਈ ਉਸ ਨੂੰ ਉਸ ਜਿਹੜੀ ਮੂਰਤੀ ਕਲਾ ਦਾ ਪੂਰਾ ਪ੍ਰੈਕਟਿਸ ਹੈ ਉਹ ਕਰਨੀ ਪਏਗੀ, ਉਸ ਕਲਾ ਨੂੰ ਸਿੱਖਣਾ ਪਏਗਾ ਅਤੇ ਲੰਬੇ ਦੌਰ ਦੇ ਅੰਦਰ ਸਿੱਖ ਕੇ ਉਹ ਹਾਸਲ ਹੋ ਸਕਦੀ ਹੈ। ਇਹ ਨਹੀਂ ਕਿ ਅੱਜ ਗਿਆ ਅਤੇ ਕੱਲ੍ਹ ਸਿੱਖ ਕੇ ਆ ਗਿਆ, ਐਸਾ ਸੰਭਵ ਨਹੀਂ ਹੈ। ਬਸ ਐਸਾ ਹੀ ਹੋਵੇ ਉਹਨੂੰ ਆਪਾਂ ਕਲਾ ਦਾ ਨਾਮ ਦਿੰਦੇ ਹਾਂ। ਅਤੇ ਚੌਥੀ ਆ ਜਾਂਦੀ ਹੈ ਆਪਣੇ ਕੋਲ ਚਿੱਤਰ ਕਲਾ। ਇਹੀ ਗੱਲ ਚਿੱਤਰ ਬਣਾਉਣ ਦੇ ਅੰਦਰ ਹੈ। ਪੈਨਸਿਲ ਦੇ ਨਾਲ ਅਸੀਂ ਚਿੱਤਰ ਬਣਾਉਂਦੇ ਹਾਂ ਪਰ ਜਿਹੜਾ ਪੇਂਟਰ ਹੁੰਦਾ ਜਿਸ ਨੂੰ ਅਸੀਂ ਪੇਂਟਰ ਕਹਿ ਦਿੰਦੇ ਹਾਂ ਤਾਂ ਉਹ ਬਿਨਾਂ ਕਿਸੇ ਜ਼ਿਆਦਾ ਮੁਸ਼ੱਕਤ ਦੇ ਇੱਕ ਵਾਰ 'ਚ ਹੀ ਉਹ ਵਧੀਆ ਚਿੱਤਰ ਬਣਾ ਦਿੰਦਾ ਹੈ। ਪਰ ਅਸੀਂ ਉਸ ਚਿੱਤਰ ਨੂੰ ਅਨੇਕਾਂ ਵਾਰ ਬਣਾਵਾਂਗੇ ਤਾਂ ਵੀ ਅਸੀਂ ਉਸ ਪੇਂਟਰ ਜਿੰਨਾ ਸੁੰਦਰ ਨਹੀਂ ਬਣਾ ਸਕਦੇ। ਕਿਉਂਕਿ ਅਸੀਂ ਚਿੱਤਰਕਲਾ ਦੇ ਧਾਰਨੀ ਨਹੀਂ ਹਾਂ, ਕਿਉਂਕਿ ਅਸੀਂ ਚਿੱਤਰਕਲਾ ਦੀ ਪ੍ਰੈਕਟਿਸ ਨਹੀਂ ਕੀਤੀ, ਕਿਉਂਕਿ ਅਸੀਂ ਇਸ ਜਿਹੜੀ ਲੰਬੀ ਸਿੱਖਣ ਦੀ ਦੌਰ ਹੈ ਚਿੱਤਰਕਲਾ ਦਾ ਉਸ ਦੇ ਅੰਦਰੋਂ ਨਹੀਂ ਗੁਜ਼ਰੇ ਹਾਂ। ਅਸੀਂ ਤਾਂ ਸਿਰਫ ਕਾਗਜ਼ ਉਠਾਇਆ, ਪੈਨਸਿਲ ਉਠਾਈ ਅਤੇ ਚਿੱਤਰ ਬਣਾਇਆ, ਜਦੋਂ ਕਿ ਇੰਨੇ ਨਾਲ ਇਹ ਕਲਾ ਹਾਸਲ ਨਹੀਂ ਹੋਣ ਵਾਲੀ। ਸੇਮ ਕੰਡੀਸ਼ਨ ਆਪਣੇ ਸਾਹਿਤ ਕਲਾ ਦੇ ਅੰਦਰ ਵੀ ਆ ਜਾਂਦੀ ਹੈ। ਹੁਣ ਸਾਹਿਤ ਵੀ ਇੱਕ ਕਲਾ ਹੈ, ਇਹ ਗੱਲ ਨੋਟ ਕਰ ਲੈਣਾ। ਸਾਹਿਤ ਵੀ ਇੱਕ ਕਲਾ ਹੈ, ਇਹਨੂੰ ਕਾਵੀ ਕਲਾ ਵੀ ਨਾਮ ਦੇ ਦਿੱਤਾ ਗਿਆ ਹੈ। ਹੁਣ ਇਹ ਕਲਾ ਕਿਵੇਂ ਹੈ? ਕਿਉਂਕਿ ਸਾਹਿਤ ਹੈ ਜਿਹੜਾ ਇਹ ਨਹੀਂ ਕਿ ਹਰ ਕੋਈ ਇਨਸਾਨ ਲਿਖ ਦੇਗਾ, ਇਹਨੂੰ ਵੀ ਸਿੱਖਣਾ ਪੈਂਦਾ ਹੈ। ਅਤੇ ਸਿੱਖਣ ਦੇ ਲਈ ਕਿਹੜੇ ਨਿਯਮ ਜ਼ਰੂਰੀ ਨੇ, ਕਿਹੜੀਆਂ ਗੱਲਾਂ ਜ਼ਰੂਰੀ ਨੇ,
ਇਹ ਹੀ ਉਸ ਨੂੰ ਇੱਕ ਇਨਸਾਨ ਨੂੰ ਸਾਹਿਤ ਕਲਾ ਦਾ ਧਾਰਨੀ ਬਣਾਉਂਦੀਆਂ ਨੇ। ਜਿਵੇਂ ਕਿ ਆਪਣੇ ਵੀ ਸਿਲੇਬਸ ਦੇ ਅੰਦਰ 3 ਸਾਹਿਤ ਰੂਪ ਦਿੱਤੇ ਗਏ ਨੇ, ਜਿਨ੍ਹਾਂ ਦੇ ਅੰਦਰ ਇੱਕ ਆ ਗਿਆ ਹੈ ਕਾਫੀ ਹੈ, ਇੱਕ ਕਿੱਸਾ ਹੈ ਤੇ ਇੱਕ ਆਪਣੇ ਵਾਰ ਸਾਹਿਤ ਆ ਗਿਆ ਹੈ। ਵਾਰ ਦੀ ਆਪਾਂ ਗੱਲ ਕਰਾਂਗੇ ਤਾਂ ਇਹ 3 ਨੇ ਜਿਹੜੇ, ਇਹਨਾਂ ਦੇ ਲਈ ਵੀ ਆਪਾਂ ਨੂੰ ਇੱਕ, ਜਿਵੇਂ ਕਿ ਤੁਸੀਂ ਵਾਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਮਿਲਦੀ ਹੈ। ਕਿੱਸਿਆਂ ਦੀ ਗੱਲ ਕਰਦੇ ਹਾਂ ਤਾਂ ਦਮੋਦਰ ਮਿਲਦਾ ਹੈ, ਪੀਲੂ ਮਿਲਦਾ ਹੈ। ਤਾਂ ਐਸੇ ਤਰੀਕੇ ਦੇ ਨਾਲ ਆਪਣੇ ਕੋਲੇ ਕਾਫੀਆਂ ਵੀ ਬੁੱਲੇ ਸ਼ਾਹ ਦੀਆਂ ਕਾਫੀਆਂ ਮਿਲਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਸੂਫੀ ਕਵੀ ਨੇ ਜਿਨ੍ਹਾਂ ਦੀਆਂ ਕਾਫੀਆਂ ਮਿਲਦੀਆਂ। ਤਾਂ ਉਹਨਾਂ ਨੂੰ ਉਸ ਇੱਕ ਜਿਹੜਾ ਕਾਰਜ ਸੀ ਉਸ ਦੇ ਅੰਦਰ ਮੁਹਾਰਤ ਹਾਸਲ ਸੀ। ਤਾਂ ਇੱਕ ਕਹਿਣ ਦਾ ਮਤਲਬ ਵੀ ਉਹਨਾਂ ਨੇ ਉਹ ਚੀਜ਼ ਆਪਣੇ ਅੰਦਰ ਗ੍ਰਹਿਣ ਕਰ ਲਈ ਤੇ ਉਸ ਨੂੰ ਇੰਨਾ ਸਿੱਖ ਲਿਆ ਕਿ ਉਹਨਾਂ ਦੇ ਅੰਦਰ ਉਸ ਕਲਾ ਦਾ ਨਿਖਾਰ ਆ ਗਿਆ। ਬਸ ਇਹੀ ਇੱਕ ਸਾਹਿਤ ਕਲਾ ਸੀ ਕਹਿ ਸਕਦੇ ਹਾਂ। ਹੁਣ ਸਾਹਿਤ ਕੀ ਹੈ, ਇਹਨੂੰ ਰਚਿਆ ਜਾਂਦਾ ਹੈ ਤੇ ਰਚਨ ਵਾਲੇ ਵਿਸ਼ੇਸ਼ ਧਾਰਨੀ ਹੁੰਦੇ ਨੇ ਉਸ ਕਲਾ ਦੇ। ਹੁਣ ਸਾਹਿਤ ਕਲਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਵੈਸੇ ਤਾਂ ਇਹ ਆਪਣੇ 5 ਕਲਾਵਾਂ ਆ ਗਈਆਂ, ਉਹਨਾਂ ਦੇ ਅੰਦਰੋਂ ਸਾਹਿਤ ਕਲਾ ਵੀ ਇੱਕ ਹੈ। ਤੇ ਸਾਹਿਤ ਕਲਾ ਦੇ ਅੰਦਰ ਸਾਹਿਤ ਦੇ ਰੂਪ ਆ ਜਾਂਦੇ ਨੇ। ਅਸੀਂ ਇਹ ਕਹਿ ਦਿੰਦੇ ਹਾਂ ਕਿ ਸਾਹਿਤ ਨੂੰ ਅੱਗੇ ਡਿਵਾਈਡ ਕੀਤਾ ਗਿਆ। ਕਿਹੜੇ ਭਾਗਾਂ 'ਚ ਡਿਵਾਈਡ ਕੀਤਾ ਗਿਆ ਉਹ ਆਪਾਂ ਹੁਣ ਗੱਲ ਕਰਦੇ ਹਾਂ। ਜਦੋਂ ਆਪਾਂ ਸਾਹਿਤ ਦੀ ਵਰਗ ਵੰਡ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਮੁੱਖ ਰੂਪ ਨਾਲ ਤਾਂ 2 ਹਿੱਸਿਆਂ 'ਚ ਵੰਡ ਲੈਂਦੇ ਆ। ਇੱਕ ਤਾਂ ਦੇਖਣ ਵਾਲਾ ਸਾਹਿਤ ਤੇ ਇੱਕ ਆ ਜਾਂਦਾ ਹੈ ਆਪਣੇ ਕੋਲੇ ਸੁਣਨ ਵਾਲਾ ਸਾਹਿਤ। ਹੁਣ ਦੇਖਣ ਵਾਲਾ ਸਾਹਿਤ ਆ ਜਾਂਦਾ, ਉਹਦੇ ਅੰਦਰ ਦ੍ਰਿਸ਼ ਕਾਵੀ ਜਾਂ ਫਿਰ ਸਾਹਿਤ ਕਹਿ ਦਿੰਦੇ ਆ। ਤੇ ਸੁਣਨ ਵਾਲਾ ਜਿਹੜਾ ਸੁਣਨ ਵਾਲਾ ਸਾਹਿਤ ਆ ਜਾਂਦਾ, ਉਹਦੇ ਅੰਦਰ ਪੜ੍ਹਨ ਵਾਲਾ ਵੀ ਸ਼ਾਮਿਲ ਹੋ ਜਾਂਦਾ ਤੇ ਸੁਣਨ ਵਾਲਾ ਵੀ ਸ਼ਾਮਿਲ ਹੋ ਜਾਂਦਾ, ਜਿਹਨੂੰ ਆਪਾਂ ਸ਼ਰਵ ਕਾਵੀ ਵੀ ਕਹਿ ਦਿੰਦੇ ਆ। ਯਾਨੀ ਸੁਣਿਆ ਵੀ ਜਾ ਸਕਦਾ ਹੈ ਤੇ ਪੜ੍ਹਿਆ ਵੀ ਜਾ ਸਕਦਾ ਹੈ, ਪਰ ਇੱਕ ਦੇਖਣ ਵਾਲਾ ਹੁੰਦਾ। ਆਪਾਂ ਪਹਿਲੇ ਦੇਖਣ ਵਾਲੇ ਦੀ ਗੱਲ ਕਰ ਲੈਂਦੇ ਹਾਂ। ਦੇਖਣ ਵਾਲੇ ਦੀ ਗੱਲ ਕਰੀਏ ਤਾਂ ਉਹਦੇ ਅੰਦਰ ਆਪਾਂ ਨੂੰ 2 ਮਿਲਦੇ ਨੇ, ਇੱਕ ਨਾਟਕ ਮਿਲਦੀ ਹੈ, ਇੱਕ ਇਕਾਂਗੀ ਮਿਲਦੀ ਹੈ। ਇਹ ਆਪ ਨੂੰ ਸਾਹਿਤ ਰੂਪਾਂ ਦੇ ਅੰਦਰ ਮਿਲੇਗਾ। ਤੇ ਜਦੋਂ ਸੁਣਨ ਤੇ ਪੜ੍ਹਨ ਵਾਲੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਅੰਦਰ ਆਪਾਂ ਨੂੰ ਮੁੱਖ ਰੂਪ ਨਾਲ 3 ਮਿਲਦੇ ਹੈ। ਇੱਕ ਤਾਂ ਮਿਲਦਾ ਹੈ ਕਵਿਤਾ, ਇੱਕ ਮਿਲਦਾ ਹੈ ਗਲਪ ਤੇ ਇੱਕ ਮਿਲਦਾ ਹੈ ਵਾਰਤਕ। ਸਭ ਤੋਂ ਪਹਿਲੇ ਆਪਾਂ ਵਾਰਤਕ ਦੀ ਗੱਲ ਕਰਾਂਗੇ। ਹੁਣ ਵਾਰਤਕ ਦੇ ਅੰਦਰ ਕਿਹੜੇ ਕਿਹੜੇ ਨੇ ਸਾਹਿਤ ਦੇ ਰੂਪ, ਕਿਹੜੇ ਕਿਹੜੇ ਨੇ? ਸਫ਼ਰਨਾਮਾ ਆ ਗਿਆ, ਵਾਰਤਕ ਦੇ ਅੰਦਰ ਹੁੰਦਾ ਹੈ, ਯਾਨੀ ਇਹ ਲੇਖ ਟਾਈਪ ਦੇ ਅੰਦਰ ਹੁੰਦਾ ਹੈ। ਸਵੈ ਜੀਵਨੀ ਆ ਗਿਆ, ਯਾਨੀ ਜਿਹੜੇ ਕਿਸੇ ਰਾਈਟਰ ਨੇ ਆਪਣੇ ਆਪ ਦੇ ਜੀਵਨ ਬਾਰੇ ਲਿਖੀ ਹੋਵੇ। ਤੇ ਜੀਵਨੀ ਆ ਗਿਆ, ਜਿਹੜਾ ਕਿਸੇ ਰਾਈਟਰ ਨੇ ਕਿਸੇ ਹੋਰ ਇਨਸਾਨ ਮਹਾਨ ਪੁਰਖ ਦੇ ਬਾਰੇ ਲਿਖੀ ਹੋਵੇ। ਜਿਵੇਂ ਕਿ ਅਸੀਂ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਦੀ ਜੀਵਨੀ, ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਇਹਨਾਂ ਨੂੰ ਲਿਖਣ ਵਾਲਾ ਕੋਈ ਵੀ ਹੋ ਸਕਦਾ, ਪਰ ਜਦੋਂ ਇਨਸਾਨ ਆਪਣੇ ਜੀਵਨ ਬਾਰੇ ਲਿਖੇ ਤਾਂ ਉਹ ਸਵੈ ਜੀਵਨੀ ਹੋ ਜਾਂਦੀ ਹੈ। ਐਸੇ ਤਰੀਕੇ ਨਾਲ ਨਿਬੰਧ ਵੀ ਇੱਕ ਬਹੁਤ ਵੱਡੀ ਕਲਾ ਹੈ, ਇਹਨੂੰ ਵੀ ਲਿਖਿਆ ਜਾਂਦਾ। ਇਹ ਸਾਰੇ ਭਾਗ ਨੇ ਜਿਹੜੇ ਵਾਰਤਕ ਦੇ ਅੰਦਰ ਆ ਜਾਂਦੇ ਨੇ। ਪਰ ਹੁਣ ਆਪਾਂ ਗੱਲ ਕਰਾਂਗੇ ਗਲਪ ਦੀ। ਇਹ ਮੈਂ ਸਿਰਫ ਆਪ ਨੂੰ ਸਮਝਾਉਣ ਦੇ ਲਈ ਦੱਸ ਰਿਹਾ ਹਾਂ, ਆਪਣਾ ਇਸ ਤੋਂ, ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਕਾਫੀ ਹੈ, ਕਿੱਸਾ ਹੈ, ਇਹ ਵਾਰ ਹੈ, ਇਹ ਕਿੱਥੋਂ ਆਈ। ਤਾਂ ਇਹਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਉਹ ਸਟੋਰੀ ਆਪਣੇ ਦਿਮਾਗ ਦੇ ਅੰਦਰ ਹੋਏਗੀ ਨਾ, ਫਿਰ ਹੀ ਯਾਦ ਰਹਿ ਸਕਦੀ ਹੈ, ਅਦਰਵਾਈਜ਼ ਨਹੀਂ ਰਹਿ ਸਕਦੀ। ਤਾਂ ਇਸੇ ਲਈ ਮੈਂ ਇਹ ਡਾਇਗਰਾਮ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਗਲਪ ਦੀ ਗੱਲ ਕਰੀਏ ਤਾਂ ਉਹਦੇ ਅੰਦਰ 2 ਚੀਜ਼ਾਂ ਆ ਜਾਂਦੀਆਂ। ਇੱਕ ਆ ਜਾਂਦਾ ਸਾਥੀਓ ਨਾਵਲ ਤੇ ਦੂਸਰਾ ਆ ਜਾਂਦਾ ਹੈ ਕਹਾਣੀ। ਕਹਾਣੀ ਨੂੰ ਆਪਾਂ ਪੰਜਾਬੀ 'ਚ ਨਿੱਕੀ ਕਹਾਣੀ ਕਹਿ ਦਿੰਦੇ ਹਾਂ ਸਾਥੀਓ। ਇਸ ਤੋਂ ਬਾਅਦ 'ਚ ਇੱਕ ਹੋਰ ਚੀਜ਼ ਆ ਜਾਂਦੀ ਹੈ, ਉਹ ਆ ਜਾਂਦੀ ਹੈ ਕਵਿਤਾ। ਹੁਣ ਕਵਿਤਾ ਦੇ ਅੰਦਰ ਕੀ ਹੈ? ਕਵਿਤਾ ਦੇ ਅੰਦਰ ਵੀ ਅੱਗੇ ਬਹੁਤ ਸਾਰੇ ਭਾਗ ਬਣੇ ਹੋਏ ਨੇ। ਜਿਵੇਂ ਗਲਪ ਦੇ ਇਹਨਾਂ ਨੇ 2 ਬਣਾਤੇ, ਵਾਰਤਕ ਦੇ ਵੀ ਅੱਗੇ 4 ਬਣਾਏ ਹੋਏ ਨੇ, 4 ਤੋਂ ਵੀ ਜ਼ਿਆਦਾ ਹੈ ਸਾਥੀਓ। ਇਸ ਦੇ ਅੰਦਰ 4 ਦੱਸੇ ਹੋਏ ਨੇ। ਆਧੁਨਿਕ ਰੂਪ ਇਸ ਦੇ ਕਈ ਹੋਰ ਸਾਹਮਣੇ ਆਏ ਨੇ, ਪਰ ਕਵਿਤਾ ਦੇ ਵੀ ਐਸੇ ਤਰੀਕੇ ਨਾਲ ਅੱਗੇ ਕਈ ਹੋਰ ਭਾਗ ਬਣੇ ਹੋਏ ਨੇ, ਜਿਨ੍ਹਾਂ ਦੇ ਅੰਦਰ ਸਭ ਤੋਂ ਪਹਿਲੇ ਅਗਰ ਆਪਾਂ ਗੱਲ ਕਰੀਏ ਪੰਜਾਬੀ ਸਾਹਿਤ ਦੀ ਤਾਂ ਆਪਾਂ ਨੂੰ ਸੂਫੀ ਕਵਿਤਾ ਮਿਲਦੀ ਹੈ। ਉਸ ਤੋਂ ਬਾਅਦ 'ਚ ਜਿਹੜੀ ਕਵਿਤਾ ਆਈ ਸੀ, ਜਿਹੜੀ ਉਹ ਗੁਰਮਤਿ ਕਾਵੀ ਦੀ ਕਵਿਤਾ ਆਈ। ਉਸ ਦੇ ਨਾਲ ਹੀ ਫਿਰ ਆਪਾਂ ਨੂੰ ਹੋਰ ਕਵਿਤਾ ਮਿਲਣ ਲੱਗੀ, ਜਿਵੇਂ ਕਿ ਵਾਰ, ਜੰਗਨਾਮਾ, ਕਿੱਸਾ। ਇਸ ਤੋਂ ਬਾਅਦ 'ਚ ਜਿਹੜੀ ਕਵਿਤਾ ਆਪਾਂ ਨੂੰ ਮਿਲੀ ਸੀ, ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਆਪਾਂ ਨੂੰ ਆਧੁਨਿਕ ਦੌਰ ਦੀ ਕਵਿਤਾ ਮਿਲੀ ਸੀ। ਤਾਂ ਹੁਣ ਕਵਿਤਾ ਦੀ ਜਦੋਂ ਵਰਗ ਵੰਡ ਕਰਦੇ ਹਾਂ ਤਾਂ ਉਹਦੇ ਅੰਦਰ ਆਪਾਂ ਨੂੰ ਇਹ ਚੀਜ਼ਾਂ ਮਿਲ ਜਾਂਦੀਆਂ। ਪਰ ਜਦੋਂ ਕਵਿਤਾ ਦੀ ਆਪਾਂ ਗੱਲ ਕਰਦੇ ਹੋਏ ਇਹ ਗੱਲ ਕਰਦੇ ਹਾਂ ਕਿ ਆਪਾਂ ਨੂੰ ਜਿਹੜਾ ਗੁਰੂ ਨਾਨਕ ਕਾਲ ਜਾਂ ਇਸ ਤੋਂ ਬਾਅਦ ਦੇ ਸਮੇਂ ਦੇ ਅੰਦਰ ਜਿਹੜੀ ਕਵਿਤਾ ਮਿਲੀ, ਉਹ ਕਿਸ ਪ੍ਰਕਾਰ ਦੀ ਕਵਿਤਾ ਸੀ, ਉਸ ਨੂੰ ਕਈ ਭਾਗਾਂ 'ਚ ਵੰਡਿਆ ਗਿਆ, ਜਿਨ੍ਹਾਂ ਦੇ ਤਹਿਤ ਆਪਾਂ ਨੂੰ ਵੇਖਣ ਨੂੰ ਮਿਲਿਆ ਸੀ। ਇੱਕ ਸੀ ਵਾਰ,
एक किस्सा सी। काफियां सी जिहड़ा ਉਹ सूफी कविता ਜਿਹੜੇ सूफी ਸਾਡੇ ਰਾਈਟਰ ਸਨ, ਕਵੀ ਸਨ, ਉਹਨਾਂ ਨੇ ਲਿਖੀਆਂ, सूफी ਦੇ ਦਾਇਰੇ ਦੇ ਅੰਦਰ ਆ ਜਾਂਦੀਆਂ ਨੇ ਤੇ ਇਹ ਗੁਰਬਾਣੀ ਦੇ ਅੰਦਰ ਵੀ ਆਪ ਨੂੰ ਮਿਲੇਗੀ। ਇਸ ਤੋਂ ਬਾਅਦ 'ਚ ਜਿਹੜੀ ਗੱਲ ਆ ਜਾਂਦੀ ਸੀਗੀ ਕਿ ਜੰਗਨਾਮਾ ਤੇ ਵਾਰ ਸਾਹਿਤ, ਇਹ ਦਰਅਸਲ ਇੱਕ ਯੁੱਧ ਬਿਰਤਾਂਤ ਵਾਲੀ ਕਵਿਤਾ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਵਾਰ ਚੰਡੀ ਦੀ ਵਾਰ ਆਪਾਂ ਨੂੰ ਮਿਲਦੀ ਹੈ ਤੇ ਜੰਗਨਾਮਾ ਹੀ ਇਸ ਦਾ ਦੂਸਰਾ ਹਿੱਸਾ ਹੈ। ਤੇ ਇਸ ਤੋਂ ਬਾਅਦ 'ਚ ਜਿਹੜਾ ਇੱਕ ਕਿੱਸਾ ਆ ਜਾਂਦਾ, ਕਿੱਸਿਆਂ ਦੇ ਬਾਰੇ ਆਪ ਸਭ ਜਾਣਦੇ ਹੋਵੋਗੇ ਕਿ ਜਿਵੇਂ ਕਿ ਮਿਰਜ਼ੇ ਸਾਹਿਬਾਂ ਦਾ ਕਿੱਸਾ, ਇਹ ਜਿਹੜਾ ਆਪਣਾ ਪੀਲੂ ਰਚਿਤ ਆਪਾਂ ਨੂੰ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਜਿਵੇਂ ਕਿ ਹੀਰ ਰਾਂਝੇ ਦਾ ਕਿੱਸਾ, ਸੱਸੀ ਪੁੰਨੂ ਦਾ ਕਿੱਸਾ, ਯੂਸਫ ਜੁਲੇਖਾਂ ਖਾਂ ਦਾ ਕਿੱਸਾ, ਇਹ ਕਿੱਸੇ ਨੇ। ਇਹਨਾਂ ਨੂੰ ਕਿੱਸੇ ਲਿਖਣ ਵਾਲੇ ਕੌਣ ਸਨ? ਪਰ ਆਪਾਂ ਨੇ ਸਿਲੇਬਸ ਦੇ ਅੰਦਰ ਰੀਟ ਦੇ ਅੰਦਰ ਜੋ ਦਿੱਤਾ ਗਿਆ ਹੈ ਉਹ ਇਹ ਚੀਜ਼ ਦਿੱਤੀ ਗਈ ਹੈ ਕਿ ਕਿੱਸਾ ਕਿਵੇਂ ਰਚਿਆ ਜਾ ਸਕਦਾ ਹੈ, ਉਹਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ, ਕਿਸੇ ਸ਼ਬਦ ਦੇ ਕੀ ਅਰਥ ਨੇ। ਇਸ ਪ੍ਰਕਾਰ ਦੇ ਪ੍ਰਸ਼ਨ ਆਪਾਂ ਨੂੰ ਇਸ ਵਾਰ ਪੇਪਰ 'ਚ ਪੁੱਛਣ ਜਾ ਰਹੇ। ਇਹ ਨਹੀਂ ਪੁੱਛਣ ਜਾ ਰਹੇ ਕਿ ਕਿਸ ਦਾ ਕਿੱਸਾ ਕਿਹੜਾ ਹੈ, ਇਹ ਨਹੀਂ ਆਪ ਨੂੰ ਪੁੱਛੇਗਾ। ਇਹ ਪੁੱਛੇਗਾ ਕਿ ਕਿੱਸਾ ਸ਼ਬਦ ਕਿੱਥੋਂ ਆਇਆ, ਕਿੱਸਾ ਕਿਵੇਂ, ਕਿਸੇ ਦਾ ਜਨਮ ਕਿਵੇਂ ਹੋਇਆ, ਨਿਕਾਸ ਦੀ ਵਿਕਾਸ ਆਪਾਂ ਕਹਿ ਦਿੰਦੇ ਹਾਂ, ਤੇ ਕਿਸੇ ਨੇ ਵਿਕਾਸ ਕਿਵੇਂ ਕੀਤਾ, ਕਿਸੇ ਦੇ ਅੰਦਰ ਕਿਹੜੀਆਂ ਖੂਬੀਆਂ ਸੀ। ਸੇਮ ਚੀਜ਼ ਉਹ ਕਾਫੀ ਦੇ ਅੰਦਰ ਵੀ ਪੁੱਛੇਗਾ, ਸੇਮ ਚੀਜ਼ ਉਹ ਵਾਰ ਸਾਹਿਤ ਦੇ ਅੰਦਰ ਵੀ ਪੁੱਛੇਗਾ। ਬਸ ਇਹ ਗੱਲ ਜਦੋਂ ਆਪਾਂ ਨੂੰ ਸਮਝ ਆ ਗਈ ਤਾਂ ਉਹਦਾ ਮਤਲਬ ਹੁੰਦਾ ਕਿ ਆਪਾਂ ਅਕੋਰਡਿੰਗ ਟੂ ਸਿਲੇਬਸ ਚੱਲ ਰਹੇ ਹਾਂ। ਤੇ ਇਹੀ ਮੇਰੀ ਕੋਸ਼ਿਸ਼ ਹੈ ਕਿ ਸਿਲੇਬਸ ਤੋਂ ਬਾਹਰ ਨਾ ਜਾਇਆ ਜਾਏ, ਸਿਲੇਬਸ ਦੇ ਦਾਇਰੇ 'ਚ ਰਹਿ ਕੇ ਹੀ ਪੜ੍ਹਾਇਆ ਜਾਏ। ਤੇ ਐਸੇ ਉਦੇਸ਼ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਪੂਰਾ ਕਰ ਸਕੀਏ ਤੇ ਆਪ ਨੂੰ ਮੈਂ ਇੱਕ ਇੱਕ ਟੌਪਿਕ ਸਮਝਾ ਸਕਾਂ। ਨੈਕਸਟ ਡੇ ਆਪ ਦੇ ਲਈ ਮੈਂ ਇਹਨਾਂ ਦੇ ਅੰਦਰੋਂ ਇੱਕ किस्से का टॉपिक लैके आवांगा, फिर वार तो उस तो बाद मैं काफ़ी का टॉपिक लैके आवांगा। उस तो बाद आपां L1 ते L2 दे भाषा 1 ते 2 पंजाबी दे जिहड़े सिलेबस दिता गया उस दे अनुसार एक एक पॉइंट है जिहड़ा शुरू कर देंगे। तो आप नूं इस दे नाल PDF भी इन्हां दीयां मिलदियां रहणगीਆਂ। PDF है जिहड़ी वो आपनूं टैलीग्राम चैनल है जिहड़ा सहज स्टडीज़ टैट दे नाम ते बनिया होया उस दे अंदर मिलदियां रहणगीਆਂ। कोई भी नोटिफिकेशन टैलीग्राम सहज स्टडीज़ के उपर मिलता ही रहेगा। तो इस दे अलावा इस नाल जुड़े हुए प्रश्नों की भी प्रैक्टिस मैं आपनूं हफ्ते के अंदर 2 या 3 दिन करवाउंदा रहांगा। मैनूं आस है कि साथियों यही जो आपनूं पढ़न योग सामग्री है आप दे लई बड़ी ही लाहेबंद सिद्ध होएगी। आप होर भी साथियों नूं यह चैनल दे लई जरूर कहना ताकि वो भी पंजाबी लैंग्वेज की तैयारी दे लई इस चैनल ते आके अपनी तैयारी कर सकन। मेरा मनना है कि कंप्लीट नहीं तो घट्टो घट्ट एक सेध जरूर देने वाला ये चैनल सिद्ध होएगा। इसलिए जो भी साथी रीड लैंग्वेज फस्ट ते सैकेंड चाहे वो L1 के अंदर होण चाहे L2 के अंदर होण तो उन्हां सब की जिहड़ी रिक्वेस्ट है उस दे अकॉर्डिंग आपनूं इस दे उपर टॉपिक अवेलेबल करवाए जाणगे। ऐसे आस दे नाल मिलदे हां अगली क्लास के अंदर। उदों तक दे लई धन्नवाद साथियों।